ਹੈਲੋ ਫਰੈਂਡਸ, ਵੈਲਕਮ ਆਵਰ YouTube ਚੈਨਲ ਦਾ ਵਾਰਜ ਸਟੱਡੀ ਪੁਆਇੰਟ। ਅੱਜ ਦੀ ਇਸ ਵੀਡੀਓ ਵਿੱਚ ETT ਖੇਤਰ 6635 ਐਂਡ 2364 ਨਾਲ ਸੰਬੰਧਿਤ ਕੁਝ ਅਪਡੇਟ ਡਿਸਕਸ ਕਰਨ ਜਾ ਰਹੇ ਹਾਂ। ਇਸ ਲਈ ਇਸ ਵੀਡੀਓ ਨੂੰ ਸ਼ੁਰੂ ਤੋਂ ਅੰਤ ਤੱਕ ਜ਼ਰੂਰ ਦੇਖਣਾ। ਇਸ ਨਾਲ ਸੰਬੰਧਿਤ ਹੀ ਅਸੀਂ ਕੁਝ ਵਾਰਤਾਲਾਪ ਕਰਾਂਗੇ। ਆਓ ਸਟਾਰਟ ਕਰਦੇ ਹਾਂ 1 ਬਾਏ 1। ਸਭ ਤੋਂ ਪਹਿਲਾਂ ਅਸੀਂ ਡਿਸਕਸ ਕਰਾਂਗੇ ਜੋ ਕਿ 6635 ਉੱਪਰ ਸਟੇ ਹੈ ਉਸ ਦਾ ਕੀ ਬਣੇਗਾ ਐਂਡ ਨੈਕਸਟ ਹੀਅਰਿੰਗ ਜਾਂ ਨੈਕਸਟ ਤਰੀਕ ਕਦੋਂ ਹੈ, ਇਸ ਬਾਰੇ ਗੱਲਬਾਤ ਕੀਤੀ ਜਾਏਗੀ। ਐਂਡ ਕਿ B.Ed ਵਾਲਿਆਂ ਨੂੰ 6635 ਦੇ ਵਿੱਚ ਵਿਚਾਰਿਆ ਜਾਏਗਾ ਜਾਂ ਨਹੀਂ ਵਿਚਾਰਿਆ ਜਾਏਗਾ, ਸਾਰੀ ਬੇਸਿਕ ਗੱਲ ਕਰਾਂਗੇ ਨੋਟੀਫਿਕੇਸ਼ਨ ਤੋਂ ਲੈ ਕੇ ਅੱਜ ਤੱਕ ਦੀ। ਐਂਡ 2364 ਵਾਲੇ ਫਾਈਨਲ ਡਿਸੀਜਨ ਕਦੋਂ ਆਏਗਾ ਐਂਡ ਇਸ ਬਾਰੇ ਵੀ ਅਪਡੇਟ ਕੀਤਾ ਜਾਏਗਾ। ਐਂਡ ਕੀ ਡਿਸੀਜਨ ਰਹਿਣ ਵਾਲਾ ਹੈ ਇਸ ਬਾਰੇ ਵੀ ਕੁਝ ਵਾਰਤਾਲਾਪ ਕੀਤੀ ਜਾਏਗੀ। ਐਂਡ ਹੁਣ ਨੈਕਸਟ ਪ੍ਰੋਸੈਸ 6435 ਜੋ 6635 ਦਾ ਹੈ ਉਹ ਕੀ ਰਹਿਣ ਵਾਲਾ ਹੈ। ਜਿਸ ਤਰ੍ਹਾਂ ਕੁਆਲੀਫਿਕੇਸ਼ਨ ਗ੍ਰੈਜੂਏਸ਼ਨ ਦੀ ਅਪਲੋਡ ਕਰਵਾ ਲਈ ਗਈ ਹੈ, ਨੈਕਸਟ ਪ੍ਰੋਸੈਸ ਕੀ ਰਹੇਗਾ ਇਸ ਬਾਰੇ ਵੀ ਵਿਚਾਰ ਚਰਚਾ ਕੀਤੀ ਜਾਏਗੀ। ਆਓ 1 ਬਾਏ 1 ਡਿਸਕਸ ਕਰਦੇ ਹਾਂ। ਐਂਡ ਗੌਰਮੈਂਟ ਦਾ ਇਸ ਟਾਈਮ ਕਿਸ ਵੱਲ ਜ਼ਿਆਦਾ ਧਿਆਨ ਹੈ ਉਸ ਬਾਰੇ ਵੀ ਗੱਲਬਾਤ ਕੀਤੀ ਜਾਏਗੀ। ਕੀ ਯੂਨੀਅਨ ਨੂੰ ਕਰਨਾ ਚਾਹੀਦਾ ਹੈ, ਇਸ ਬਾਰੇ ਸਭ ਕੁਝ ਵਿਚਾਰ ਚਰਚਾ ਕੀਤੀ ਜਾਏਗੀ। ਆਓ 1 ਬਾਏ 1 ਡਿਸਕਸ ਕਰਦੇ ਹਾਂ। ਸਭ ਤੋਂ ਪਹਿਲਾਂ ਗੱਲ ਕੀਤੀ ਜਾਏ 6635 ਦੀ। ਹਾਂਜੀ, 6635 ਉੱਪਰ ਜਿਸ ਤਰ੍ਹਾਂ ਸਟੇ ਹੋਇਆ ਹੈ, ਸਟੇਜ ਕਿਸ ਬੇਸ 'ਤੇ ਹੈ? ਸਟੇ ਇਸ ਬੇਸ 'ਤੇ ਹੈ ਕਿ B.Ed ਵਾਲ ਨੂੰ ਕੰਸੀਡਰ ਕੀਤਾ ਜਾਏ। ਜੋ ਵੀ ਪਹਿਲੇ ਪਟੀਸ਼ਨਰ ਸਨ ਉਹਨਾਂ ਨੂੰ ਪੇਪਰ ਦੇਣ ਲਈ ਅਲਾਓ ਨਹੀਂ ਕੀਤਾ ਗਿਆ ਸੀ, ਬਟ ਉਹਨਾਂ ਨੂੰ ਫਿਲ ਕਰਵਾ ਲਿਆ ਗਿਆ ਸੀ ਐਂਡ ਦੈਨ ਉਹਨਾਂ ਨੂੰ ਪੇਪਰ ਨਹੀਂ ਦੇਣ ਦਿੱਤਾ ਗਿਆ ਸੀ। ਇਸ ਬੇਸ 'ਤੇ NCT ਰੂਲ ਦੇ ਅਕੋਰਡਿੰਗ 6635 'ਤੇ ਸਟੇ ਹੋ ਗਿਆ ਸੀ ਕਿ B.Ed ਵਾਲ ਨੂੰ ਕੰਸੀਡਰ ਕੀਤਾ ਜਾਏ। ਬਟ ਜੋ 11 ਨਵੰਬਰ ਨੂੰ ਹੀਅਰਿੰਗ ਸੀ ਉਸ ਦੇ ਵਿੱਚ ਕੋਈ ਉਸ 'ਤੇ ਡਿਸੀਜਨ ਨਹੀਂ ਆਇਆ। ਐਂਡ ਨੈਕਸਟ ਹੁਣ ਡੇਟ ਪੈ ਚੁੱਕੀ ਹੈ ਜੋ ਕਿ 2 ਦਸੰਬਰ ਫਿਕਸ ਕੀਤੀ ਗਈ ਹੈ। 2 ਦਸੰਬਰ ਨੂੰ ਕੋਈ ਕਨਫਰਮ ਨਹੀਂ ਕਿ ਇਸ ਦਾ ਡਿਸੀਜਨ ਹੋ ਜਾਏ, ਬਟ ਲੱਗ ਰਿਹਾ ਹੈ ਕਿ 2 ਦਸੰਬਰ ਨੂੰ ਸਟੇ ਟੁੱਟਣ ਜਾ ਰਹੀ ਹੈ ਜਿਸ ਤਰ੍ਹਾਂ ਰੂਲਸ ਦੇ ਅਕੋਰਡਿੰਗ। ਹਜੇ ਗੱਲ ਕੀਤੀ ਜਾਵੇ ਪਹਿਲਾਂ ਜਿਸ ਟਾਈਮ 6635 ਦਾ ਨੋਟੀਫਿਕੇਸ਼ਨ ਹੋਇਆ ਸੀ ਐਂਡ ਉਸ ਤੋਂ ਪਹਿਲਾਂ ਅਮੈਂਡਮੈਂਟ ਬਿੱਲ ਦੇ ਵਿੱਚ ਕੁਝ ਅਮੈਂਡਮੈਂਟ ਕੀਤੀ ਗਈ ਸੀ। ਉਸ ਦੇ ਵਿੱਚ ਓਨਲੀ ETT ਵਾਸਤੇ ਓਨਲੀ +2 ਕੁਆਲੀਫਿਕੇਸ਼ਨ ਰੱਖੀ ਗਈ ਸੀ ਐਂਡ ਪਲੱਸ ਐਲੀਮੈਂਟਰੀ ਡਿਪਲੋਮਾ ਜੋ 2 ਈਅਰਸ ਦਾ ਹੁੰਦਾ ਹੈ ਐਂਡ ਉਹ ਹੀ ਕੰਸੀਡਰ ਕੀਤੇ ਜਾਣਗੇ ETT ਕੇਡਰ ਲਈ। ਐਂਡ B.Ed ਲਈ ਉਸ ਦੇ ਵਿੱਚ ਕੋਈ ਵੀ ਪ੍ਰੋਵੀਜ਼ਨ ਨਹੀਂ ਸੀ। ਇਸ ਕਰਕੇ ਜੇ ਉਸ ਨੂੰ ਆਧਾਰ ਬਣਾ ਲਿਆ ਜਾਏ ਐਂਡ ਜੋ ਨੋਟੀਫਿਕੇਸ਼ਨ ਹੋਇਆ ਸੀ ਜੇਕਰ ਉਸ ਨੂੰ ਵੀ ਆਧਾਰ ਬਣਾ ਕੇ ਚੱਲਿਆ ਜਾਏ ਤਾਂ ਉਸ ਦੇ ਵਿੱਚ ਸਾਫ਼ ਇਹੀ ਨਤੀਜਾ ਨਿਕਲਦਾ ਹੈ ਜਾਂ ਇਹੀ ਡਿਸੀਜਨ ਲਿਆ ਜਾਏਗਾ ਹਾਈ ਕੋਰਟ ਦੇ ਜੱਜ ਦੁਆਰਾ ਵੀ, ਜਾਂ ਜੋ ਵੀ ਸਟੇ ਹੋਇਆ ਹੈ ਉਸ ਦਾ ਫਾਈਨਲ ਡਿਸੀਜਨ ਜੋ ਆਏਗਾ ਉਹ ਇਹੀ ਆਏਗਾ ਨੋਟੀਫਿਕੇਸ਼ਨ ਨੂੰ ਆਧਾਰ ਬਣਾ ਕੇ ਕਿ B.Ed ਵਾਲਿਆਂ ਦੀ ਉਸ ਦੇ ਵਿੱਚ ਕੋਈ ਗੱਲਬਾਤ ਨਹੀਂ ਕੀਤੀ ਗਈ। ਓਨਲੀ 6635 ਹੈ ਜੋ ਉਹ ETT ਲਈ ਹੀ ਨੋਟੀਫਿਕੇਸ਼ਨ ਕੀਤਾ ਗਿਆ ਸੀ। ਇਸ ਕਰਕੇ ETT ਨੂੰ ਹੀ ਕੰਸੀਡਰ ਕੀਤਾ ਜਾਏਗਾ, B.Ed ਵਾਲਿਆਂ ਨੂੰ ਬਿਲਕੁਲ ਵੀ ਕੰਸੀਡਰ ਨਹੀਂ ਕੀਤਾ ਜਾਏਗਾ। ਇਸ ਤਰ੍ਹਾਂ ਲੱਗ ਰਿਹਾ ਹੈ ਬਟ ਹੋਏਗਾ ਵੀ ਇਸੇ ਤਰ੍ਹਾਂ ਹੀ, ਕਿਉਂਕਿ NCT ਦੇ ਜੋ ਰੂਲਸ ਹਨ ਉਸ ਦੇ ਅਕੋਰਡਿੰਗ ਕੁਝ ਹੋਰ ਹੈ। ਐਂਡ ਇੱਕ ਹੋਰ ਦਿੱਲੀ ਬੋਰਡ ਨੇ ਵੀ ਜੋ ਐਗਜ਼ਾਮ ਲਿਆ ਸੀ ਉਸ ਦੇ ਵਿੱਚੋਂ ਜੋ ਵੀ ਪ੍ਰਾਇਮਰੀ ਟੀਚਰ ਸੀ ਲੈਵਲ 1 ਲਈ ਜਾਂ ਉਹਨਾਂ ਦੇ ਵਿੱਚੋਂ ਉਹਨਾਂ ਨੂੰ ਆਊਟ ਕਰ ਦਿੱਤਾ ਗਿਆ ਸੀ। ਓਨਲੀ ETT ਲਈ ਜੋ ਲੈਵਲ 1 ਲਈ ਉਹੀ ਐਲੀਜੀਬਲ ਕੀਤੇ ਗਏ ਸੀ, B.Ed ਵਿੱਚੋਂ ਬਾਹਰ ਕੱਢ ਦਿੱਤੀ ਗਈ ਸੀ। ਜੋ ਇੱਕ ਵਾਇਰਲ ਹੋ ਰਹੀ ਹੈ ਨਿਊਜ਼ ਉਸ ਦੀ ਗੱਲ ਕੀਤੀ ਜਾ ਰਹੀ ਹੈ। ਇੱਥੋਂ ਅਸੀਂ ਸਾਫ਼ ਅਨੁਮਾਨ ਲਗਾ ਸਕਦੇ ਹਾਂ ਕਿ 6635 ਦੇ ਵਿੱਚ ਬਿਲਕੁਲ ਵੀ B.Ed ਵਾਲਿਆਂ ਨੂੰ ਨਹੀਂ ਕੰਸੀਡਰ ਕੀਤਾ ਜਾਏਗਾ। ਹੋ ਸਕਦਾ ਹੈ 2 or 3 ਡੇਟਸ ਦੇ ਵਿੱਚ ਇਸ ਦਾ ਡਿਸੀਜਨ ਆ ਜਾਏਗਾ। ਪੋਸੀਬਿਲਿਟੀ ਹੈ ਕਿ 2 ਦਸੰਬਰ ਨੂੰ ਹੀ ਡਿਸੀਜਨ ਆ ਜਾਏਗਾ। ਇਹ ਹੁਣ ਦਸੰਬਰ ਨੂੰ ਜੇ ਤੁਸੀਂ 2 ਦਸੰਬਰ ਨੂੰ ਹੀ ਇਸ ਦਾ ਸਟੇ ਟੁੱਟਣਾ ਹੈ, ਸਟੇ ਤੁੜਵਾਉਣਾ ਹੋਏਗਾ ਤਾਂ ਸਭ ਤੋਂ ਪਹਿਲਾਂ ETT ਯੂਨੀਅਨ ਦਾ ਸਾਥ ਦੇਣਾ ਹੋਏਗਾ। ਜੇਕਰ ਤੁਸੀਂ ETT ਯੂਨੀਅਨ ਦਾ ਸਾਥ ਦਿੰਦੇ ਹੋ, ਗੌਰਮੈਂਟ ਤੱਕ ਇਹ ਗੱਲ ਪਹੁੰਚਾਈ ਜਾਏ, ਸਟ੍ਰਿਕਟਲੀ ਹਾਰਡਲੀ ਇਹ ਗੱਲ ਪਹੁੰਚਾਈ ਜਾਏ ਕਿ ETT ਲਈ ਜਲਦੀ ਤੋਂ ਜਲਦੀ 6635 ਦੀ ਭਰਤੀ ਕੰਪਲੀਟ ਕੀਤੀ ਜਾਏ ਐਂਡ 2364 ਦਾ ਜੋ ਡਿਸੀਜਨ ਆਇਆ ਉਸ ਨੂੰ ਜਲਦੀ ਹੀ ਪਬਲਿਕਲ ਕੀਤਾ ਜਾਏ। ਇਸ ਲਈ ਸਭ ਤੋਂ ਵੱਧ ETT ਜਿੰਨੇ ਵੀ ਕੈਂਡੀਡੇਟਸ ਹਨ ਉਹਨਾਂ ਨੂੰ ਚਾਹੀਦਾ ਹੈ ਕਿ ਯੂਨੀਅਨ ਦਾ ਸਾਥ ਦੇਣ ਐਂਡ ਗੌਰਮੈਂਟ ਤੱਕ ਇੱਕ ਵਾਰੀ ਫਿਰ ਤੋਂ ਇਹ ਗੱਲ ਪਹੁੰਚਾਈ ਜਾਏ, ਕਿਉਂਕਿ ਗੌਰਮੈਂਟ ਇਲੈਕਸ਼ਨ ਦੇ ਵਿੱਚ ਬਿਜੀ ਹੋਣ ਜਾ ਰਹੀ ਹੈ, ਕੋਈ ਜ਼ਿਆਦਾ ਧਿਆਨ ਨਹੀਂ ਦੇ ਰਹੀ ਭਰਤੀ ਵੱਲ। ਇਸ ਕਰਕੇ ਇਹ ਗੱਲ ਸਰਕਾਰ ਤੱਕ ਪਹੁੰਚਾਈ ਜਾਏ ਤਾਂ ਜੋ ਉਹ ਜਲਦੀ ਤੋਂ ਜਲਦੀ ਆਪਣਾ
66-35 ਵਾਲਾ ਮਸਲਾ ਹੱਲ ਕਰਨ ਐਂਡ 23-64 ਵਾਲਾ ਜਲਦੀ ਤੋਂ ਜਲਦੀ ਡਿਸੀਜਨ ਪਬਲਿਕਲ ਕੀਤਾ ਜਾਏ। ਹੁਣ ਅਸੀਂ ਗੱਲ ਕਰ ਲੈਂਦੇ ਹਾਂ 23-64 ਦੀ। ਜੇਕਰ ਗੱਲ ਕੀਤੀ ਜਾਏ 23-64 ਦੀ, ਜਿਸ ਤਰ੍ਹਾਂ 23-64 ਦੇ ਸਾਰੇ ਕੇਸ ਜਿੰਨੇ ਵੀ ਸੀ ਡਿਸਪੋਜ਼ਡ ਆਫ ਹੋ ਚੁੱਕੇ ਹਨ, ਬਟ ਅਜੇ ਤੱਕ ਕੋਈ ਫਾਈਨਲ ਡਿਸੀਜਨ ਨਹੀਂ ਦਿੱਤਾ ਗਿਆ। ਜੱਜ ਨੇ ਕੀ ਕੀਤਾ ਹੈ ਔਰ ਕੀ ਡਿਸੀਜਨ ਲਿਆ ਹੈ, ਕੇਸ ਕਿਸ ਤਰ੍ਹਾਂ ਡਿਸਪੋਜ਼ਡ ਆਫ ਕੀਤੇ ਹਨ, ਕੁਝ ਅਲਾਓ ਕੀਤੇ ਹਨ, ਕੀ ਡਿਸੀਜਨ ਹੈ, ਇਸ ਬਾਰੇ ਹਜੇ ਤੱਕ ਕੋਈ ਅੱਜ ਜੇ ਗੱਲ ਕੀਤੀ ਜਾਏ ਅੱਜ 5 ਡੇਜ਼ ਹੋ ਚੁੱਕੇ ਨੇ। 8 ਨਵੰਬਰ ਨੂੰ ਡਿਸੀਜਨ ਆ ਚੁੱਕਾ ਸੀ, ਅੱਜ 13 ਹੋ ਚੁੱਕੇ ਹਨ। ਬਟ ਕਿਸ ਤਰ੍ਹਾਂ ਕੁਝ ਨਿਊਜ਼ ਮਿਲ ਰਹੀਆਂ ਹਨ, ਕੁਝ ਇਨਫੋਰਮੇਸ਼ਨ ਮਿਲ ਰਹੀ ਹੈ, ਸਾਨੂੰ ਵੀ ਕੁਝ ਇਨਫੋਰਮੇਸ਼ਨ ਮਿਲੀ ਹੈ, ਉਸ ਦੇ ਵਿੱਚ ਇਹ ਵਿਚਾਰ ਚਰਚਾ ਜਾਂ ਇਹ ਗੱਲ ਸਾਹਮਣੇ ਆ ਰਹੀ ਉੱਭਰ ਕੇ ਕਿ 23-64 ਜੋ ਭਰਤੀ ਹੈ ਉਹ ਰੱਦ ਹੋ ਚੁੱਕੀ ਹੈ ਐਂਡ ਉਹ ਡਿਪਾਰਟਮੈਂਟ ਨੂੰ ਉਹਨਾਂ ਦੀ ਇੱਕ ਮੰਨ ਲਓ ਕਾਪੀ ਭੇਜੀ ਜਾ ਚੁੱਕੀ ਹੈ। ਡਿਪਾਰਟਮੈਂਟ ਨਾਲ ਵਾਰਤਾਲਾਪ ਜਾਂ ਡਿਪਾਰਟਮੈਂਟ ਨਾਲ ਕੰਪਰੋਮਾਈਜ਼ ਜਾਂ ਡਿਪਾਰਟਮੈਂਟ ਨਾਲ ਗੱਲਬਾਤ ਕਰਨ ਤੋਂ ਬਾਅਦ ਪਬਲਿਕਲ ਫੈਸਲਾ ਕੀਤਾ ਜਾਏਗਾ। ਇਸ ਤਰ੍ਹਾਂ ਦੀ ਕਾਫੀ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਜਾਂ ਕੁਝ ਇਨਫੋਰਮੇਸ਼ਨ ਐਗਜ਼ੈਕਟ ਵੀ ਹੋ ਸਕਦੀ ਹੈ ਕਿ ਭਰਤੀ ਰੱਦ ਹੋ ਗਈ ਹੋਏ, ਬਟ ਓਨੀ ਦੇਰ ਅਸੀਂ ਕੁਝ ਵੀ ਇਸ 'ਤੇ ਡਿਸੀਜਨ ਨਹੀਂ ਲੈ ਸਕਦੇ ਜਦੋਂ ਤੱਕ ਸਾਡੇ ਹੱਥ ਦੇ ਵਿੱਚ ਕੋਈ ਅਫੀਸ਼ੀਅਲ ਆਰਡਰ ਨਹੀਂ ਮਿਲ ਜਾਂਦਾ, ਕਿਉਂਕਿ ਅੱਜ 5 ਦਿਨ ਹੋ ਚੁੱਕੇ ਹਨ ਕਿ ਫੈਸਲਾ ਹੋਏ ਨੂੰ। ਗੌਰਮੈਂਟ ਚਾਹੇ ਜੱਜ ਚਾਹੇ ਹਾਈ ਕੋਰਟ ਨੂੰ ਇਹ ਚਾਹੀਦਾ ਸੀ ਕਿ ਉਹ ਆਪਣਾ ਡਿਸੀਜਨ ਅਪਲੋਡ ਕਰੇ ਵੈਬਸਾਈਟ ਉੱਪਰ, ਪਬਲਿਕਲੀ ਉਸ ਨੂੰ ਡਿਸੀਜਨ ਦੇਣਾ ਚਾਹੀਦਾ ਹੈ ਤਾਂ ਜੋ 23-64 ਭਰਤੀ ਦਾ ਵੀ ਕੁਝ ਨਾ ਕੁਝ ਪਤਾ ਚੱਲ ਸਕੇ ਕਿ ETT ਵਾਲੇ ਨੂੰ ਪ੍ਰੈਫਰੈਂਸ ਦਿੱਤੀ ਗਈ ਹੈ ਕਿ B.Ed ਵਾਲ ਨੂੰ ਕੰਸੀਡਰ ਕਰ ਲਿਆ ਗਿਆ ਹੈ। ਜੋ 5 ਮਾਰਕਸ ਵਾਲਾ ਕੇਸ ਲੱਗਿਆ ਹੋਇਆ ਸੀ ਉਸ ਦਾ ਕੀ ਬਣਿਆ, ਜਾਂ ਭਰਤੀ ਰੱਦ ਹੋ ਗਈ ਹੈ, ਕੁਝ ਨਾ ਕੁਝ ਫੈਸਲਾ ਦੇਣਾ ਚਾਹੀਦਾ ਹੈ ਕਿਉਂਕਿ ਸਮਾਂ ਬਹੁਤ ਘੱਟ ਬਚਿਆ ਹੈ। ਇਸ ਕਰਕੇ ਜਿੱਥੋਂ ਤੱਕ ਹੋ ਸਕੇ ਇਹੀ ਸੁਜੈਸਟ ਕੀਤਾ ਜਾਂਦਾ ਹੈ ਮੇਰੇ ਵੱਲੋਂ ਕਿ ETT ਅਤੇ B.Ed ਵਾਲਿਆਂ ਨੂੰ ਇਕੱਠਾ ਹੋ ਕੇ ਭਰਤੀਆਂ ਨੂੰ ਕੰਪਲੀਟ ਕਰਾਉਣਾ ਚਾਹੀਦਾ ਹੈ। 66-35 'ਤੇ ਓਨਲੀ ETT ਦਾ ਹੱਕ ਬਣਦਾ ਹੈ। ਅਮੈਂਡਮੈਂਟ ਬਿੱਲ ਵਿੱਚ ਹੋ ਚੁੱਕੀ ਹੈ, ਨੋਟੀਫਿਕੇਸ਼ਨ ਵੀ 66-35 ਲਈ ਹੋਇਆ ਹੈ। ਇਸ ਕਰਕੇ B.Ed ਵਾਲਿਆਂ ਨੂੰ 66-35 ਦੇ ਵਿੱਚ ਕੋਈ ਵੀ ਦਖਲ ਅੰਦਾਜ਼ੀ ਇੰਟਰਫੇਅਰ ਨਹੀਂ ਕਰਨਾ ਚਾਹੀਦਾ। ਐਂਡ 23-64 ਵਾਲਾ ਜੋ ਨੋਟੀਫਿਕੇਸ਼ਨ ਹੋਇਆ ਸੀ ਉਸ ਦੇ ਵਿੱਚ ਸਾਫ਼ ਮੈਂਸ਼ਨ ਸੀ ਜਾਂ B.Ed ਵਾਲੇ ਐਲੀਜੀਬਲ ਹੋ ਗਏ ਸੀ, ਕੇਸ ਵੀ ਹੋ ਚੁੱਕਿਆ ਹੈ, ਸੋਲਵ ਵੀ ਹੋ ਚੁੱਕਿਆ ਹੈ, ਬਟ ਇੱਥੇ ਹੁਣ ਇਹ ਗੱਲ ਕੀਤੀ ਜਾ ਰਹੀ ਕਿ ETT ਵਾਲੇ ਹਾਰ ਗਏ, B.Ed ਵਾਲੇ ਜਿੱਤ ਗਏ। ਇੱਦਾਂ ਦੀ ਗੱਲਾਂ ਨੂੰ ਨਹੀਂ ਫੈਲਾਉਣਾ ਚਾਹੀਦਾ। ਕਾਮਨ ਜੋ ਡਿਸੀਜਨ ਹੋ ਚੁੱਕਾ ਹੈ ਉਸ ਦਾ ਤੁਸੀਂ ਆਰਡਰ ਦੀ ਮੰਗ ਕਰੋ, ਆਰਡਰ ਲਓ, ਕੀ ਆਰਡਰ ਆਇਆ ਉਸ ਦੇ ਅਕੋਰਡਿੰਗ ਤੁਸੀਂ ਆਪਣੀ ਭਰਤੀ ਨੂੰ ਕੰਪਲੀਟ ਕਰਵਾਓ। ਇਸ 'ਤੇ ਜ਼ਿਆਦਾ ਆਪਸ ਵਿੱਚ ਲੜਨ ਦੀ ਬਜਾਏ ਤੁਹਾਨੂੰ ਚਾਹੀਦਾ ਹੈ ਕਿ ਆਪਣੀਆਂ ਰਿਕਰੂਟਮੈਂਟਸ ਨੂੰ ਕੰਪਲੀਟ ਕੀਤਾ ਜਾਏ, ਕਿਉਂਕਿ ਗੌਰਮੈਂਟ ਤਾਂ ਇਹੀ ਚਾਹੁੰਦੀ ਹੈ ਕਿ ਆਪਸ ਵਿੱਚ ਲੜੀ ਜਾਣ, ਬਟ ਅਕੋਰਡਿੰਗ ਟੂ ਮੀ ਹੋ ਸਕੇ ਤਾਂ ਇੱਕੇ ਮੰਚ 'ਤੇ ਆ ਕੇ ਆਪਣੀ ਗੱਲਬਾਤ ਸਾਂਝੀ ਕਰੋ, ਯੂਨੀਅਨ ਨਾਲ ਤੁਸੀਂ ਆਪਣੀ ਗੱਲਬਾਤ ਸਾਂਝੀ ਕਰੋ। ਐਂਡ 23-64 ਵਾਲਾ ਕਮ ਸੇ ਕਮ ਡਿਸੀਜਨ ਜੋ ਆ ਚੁੱਕਾ ਤੁਸੀਂ ਉਹਨੂੰ ਆਰਡਰ ਲੈਣ ਦੀ ਕੋਸ਼ਿਸ਼ ਕਰੋ, ਡਿਪਾਰਟਮੈਂਟ ਤੱਕ ਅਪਰੋਚ ਕਰੋ, ਗੌਰਮੈਂਟ ਐਜੂਕੇਸ਼ਨ ਮਿਨਿਸਟਰ ਤੱਕ ਅਪਰੋਚ ਕਰੋ, ਹਾਈ ਕੋਰਟ ਤੱਕ ਅਪਰੋਚ ਕਰੋ, ਜਿੱਥੋਂ ਤੱਕ ਹੋ ਸਕੇ ਸੰਭਵ ਤੁਸੀਂ ਅਪਰੋਚ ਕਰੋ ਅਤੇ ਉਸ ਦਾ ਆਰਡਰ ਲਓ। ਆਰਡਰ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਕੀ ਆਰਡਰ ਕੱਢਿਆ ਹੈ ਜੱਜ ਨੇ, ਕੀ ਡਿਸੀਜਨ ਲਿਆ ਹੈ। ਪੋਸੀਬਿਲਿਟੀ ਤਿੰਨੇ ਹੋ ਸਕਦੀਆਂ ਹਨ। ਅੱਗੇ ਬੋਲਿਆ ਭਰਤੀ ਰੱਦ ਵੀ ਕੀਤੀ ਜਾ ਸਕਦੀ, ਕੋਈ ਐਡੀ ਵੱਡੀ ਗੱਲ ਨਹੀਂ ਹੈਗੀ। ਭਰਤੀ ਰੱਦ ਹੋ ਸਕਦੀ ਹੈ, ਕੋਈ ਵੱਡੀ ਗੱਲ ਨਹੀਂ ਹੈਗੀ, ਕਰਨ ਨੂੰ ਕਰ ਸਕਦਾ ਹੈ ਜੱਜ। B.Ed ਵਾਲੇ ਐਲੀਜੀਬਲ ਹੋ ਸਕਦੇ ਨੇ, ਕਰ ਸਕਦਾ B.Ed ਵਾਲ ਨੂੰ ਇਕੁਅਲ ਪ੍ਰੈਫਰੈਂਸ ਦੇ ਸਕਦਾ ਹੈ, ETT ਵਾਲ ਨੂੰ ਪ੍ਰੈਫਰੈਂਸ ਦਿੱਤੀ ਜਾ ਸਕਦੀ ਹੈ। ਇਸ ਕਰਕੇ 23-64 ਨੂੰ ਇਕੱਠੇ ਤੁਸੀਂ B.Ed ਐਂਡ ETT ਯੂਨੀਅਨ ਆ ਕੇ ਇੱਕੋ ਮੰਚ 'ਤੇ ਆਪਣਾ ਆਰਡਰ ਲਓ, ਕੀ ਭਰਤੀ ਹੈ ਉਸ ਨੂੰ ਤੁਸੀਂ ਕੰਪਲੀਟ ਕਰਾਓ। ਐਂਡ 66-35 ਦੇ ਵਿੱਚ ਸਾਫ਼ ਔਰ ਸਪਸ਼ਟ ਜਦੋਂ ਨੋਟੀਫਿਕੇਸ਼ਨ ਆਇਆ ਸੀ ਅਮੈਂਡਮੈਂਟ ਬਿੱਲ ਦੇ ਵਿੱਚ ਹੋ ਚੁੱਕੀ ਹੈ ਵੀ ਓਨਲੀ ETT ਕੈਡਰ ਹੀ ਐਲੀਜੀਬਲ ਹੈ, ਤਾਂ ਫਿਰ ਮੇਰੇ ਅਕੋਰਡਿੰਗ ਜਾਂ ਕੋਈ ਆਮ ਆਪਾਂ ਸੁਜੈਸ਼ਨ ਲੈਣ ਦੇ ਅਕੋਰਡਿੰਗ ਗੱਲ ਕਰ ਲੈਂਦੇ ਹਾਂ, B.Ed ਵਾਲ ਨੂੰ ਵਿੱਚ ਇੰਟਰਫੇਅਰ ਨਹੀਂ ਕਰਨਾ ਚਾਹੀਦਾ। ETT ਲਈ ਰਿਕਰੂਟਮੈਂਟ ਹੈ, ETT ਵਾਲੇ ਕੈਂਡੀਡੇਟਸ ਹੈਗੇ ਨੇ 66-35 ਕੈਂਡੀਡੇਟਸ ਪੋਸਟਾਂ ਹੈਗੀਆਂ ਨੇ 66-35 ਤਾਂ 66-35 ਤੋਂ ਅਬਵ ਵੀ ਕੈਂਡੀਡੇਟਸ ਹੈਗੇ ਨੇ। ਇਸ ਕਰਕੇ ETT ਵਾਲੇ ਆਪਣੀ ਜੋਬ ਲੈਣ ਦੇ ਹੱਕਦਾਰ ਹੈਗੇ ਨੇ। ਇਹ ਹੋ ਸਕਦਾ ਹੈ ਕਿ B.Ed ਵਾਲੇ ਜੇਕਰ ਪੋਸਟਾਂ ਬਚਦੀਆਂ ਨੇ ਬਾਅਦ ਵਿੱਚ B.Ed ਵਾਲ ਨੂੰ ਰੱਖ ਲਿਆ ਜਾਏ, ਕੋਈ ਹਰਜ ਨਹੀਂ ਹੈਗਾ, ਬਟ ਇੰਟਰਫੇਅਰ ਕਰਨ ਦੀ ਬਜਾਏ ਜੇ ਪੋਸਟਾਂ ਤੁਸੀਂ ਲਟਕਾਉਣੀਆਂ ਨੇ ਉਹੀ ਗੱਲ ਹੈ, ਜਾਂ ਤੁਸੀਂ ETT ਵਾਲਿਆਂ ਨੂੰ ਲੱਗਣ ਦੇ ਰਹੇ ਨਾ ਤੁਸੀਂ ਆਹ B.Ed ਵੱਲ ਲੱਗਣ ਦੇ ਰਹੇ ਹੋ। ਪੋਸਟਾਂ ਲਮਕ ਜਾ ਰਹੀਆਂ ਨੇ ਕਾਫੀ, 1 ਸਾਲ ਤੋਂ ਅੱਗੇ ਦੇਖੇ 1 ਸਾਲ ਹੋ ਚੁੱਕਿਆ ਹੈ। ਹੁਣ ਦੇਖੋ 66-35 ਦਾ 2 ਦਸੰਬਰ ਤੱਕ ਹੀਅਰਿੰਗ ਹੈ। ਸਪੋਜ਼ ਕਰੋ 2 ਦਸੰਬਰ ਡਿਸੀਜਨ ਨਹੀਂ ਆਉਂਦਾ, ਨੈਕਸਟ ਹੀਅਰਿੰਗ ਪੈ ਜਾਂਦੀ ਹੈ, ਨੈਕਸਟ ਈਅਰ ਤੱਕ ਚਲੇ ਜਾਣਗੇ, ਇਲੈਕਸ਼ਨ ਆਉਣ ਵਾਲਾ ਹੈ, ਕੋਡ ਆਫ ਕੰਡਕਟ ਲੱਗ ਗਿਆ,
ਨੈਕਸਟ ਕਾਫੀ ਲੇਟ ਹੋ ਜਾਣਗੀਆਂ ਭਰਤੀ। ਅੱਗੇ ਤੁਸੀਂ ਦੇਖਿਆ ਹੈ 11 ਮਹੀਨੇ 12 ਮਹੀਨੇ ਹੋ ਚੁੱਕੇ ਨੇ 23-24 ਨੂੰ। ਇਸ ਕਰਕੇ ਆਪਣੀ ਸਮਝਦਾਰੀ ਤੇ ਵਿਵੇਕ ਦਾ ਇਸਤੇਮਾਲ ਕਰੋ, ਇੱਕੋ ਮੰਚ 'ਤੇ ਆਓ। ਜੋ ਤੁਹਾਡੀਆਂ ਮੰਗਾਂ ਹਨ, ਜੇਕਰ 66-35 ਦੇ ਵਿੱਚ ਬੀਐਡ ਦਾ ਹੱਕ ਬਣਦਾ ਹੈ ਤਾਂ ਲਾਓ, ਕਰੋ ਬੀਐਡ ਵਾਲਿਆਂ ਨੂੰ। ਬਟ ਸਿੰਪਲ ਗੱਲ ਹੈ, ਜਦੋਂ ਗੌਰਮੈਂਟ ਹੀ ਨੇ ਅਮੈਂਡਮੈਂਟ ਕੀਤੀ ਬਿੱਲ ਦੇ ਵਿੱਚ, ਨੋਟੀਫਿਕੇਸ਼ਨ ਸਪਸ਼ਟ ਜੀ ਲਿਖੀ ਵੀ ਈਟੀਟੀ ਵਾਸਤੇ ਹੀ ਭਰਤੀ ਕੀਤੀ ਜਾ ਰਹੀ 66-35, ਤਾਂ ਈਟੀਟੀ ਵਾਸਤੇ ਹੀ ਐਲੀਜੀਬਲ, ਈਟੀਟੀ ਵਾਸਤੇ ਐਲੀਜੀਬਲ ਤੇ ਈਟੀਟੀ ਦੇ ਟੀਚਰ ਲੱਗਣ ਦੇ ਹੱਕਦਾਰ ਹਨ। 23-24 ਦੇ ਵਿੱਚ ਜੇਕਰ ਬੀਐਡ ਵਾਲਿਆਂ ਨੂੰ ਦਿੱਤਾ ਗਿਆ ਸੀ ਮੌਕਾ, ਤਾਂ ਡੈਫੀਨੇਟਲੀ ਅਪਲਾਈ ਕੀਤਾ ਸੀ, ਟੈਸਟ ਲਿਆ ਸੀ, ਸਿਕਿਉਰਿਟੀ ਕਰਵਾਈ ਸੀ, ਜੋ ਵੈਸੇ ਸਭ ਪ੍ਰੋਸੈਸ ਚੱਲਿਆ ਹੈ, ਕੇਸ ਸੋਲਵ ਹੋ ਚੁੱਕਿਆ ਹੈ। ਜੇ ਆਪ ਜੀ ਲਈ ਹੱਕਦਾਰ ਹੈਗੇ ਹੋ ਜੋਬ ਲੈਣ ਦੇ ਲਈ, ਜੇਕਰ ਪਰਮਾਤਮਾ ਨੇ ਲਿਖੀ ਹੋਈ ਤਾਂ ਜੋਬ ਆਪ ਨੂੰ 23-64 ਵਿੱਚ ਮਿਲ ਜਾਏਗੀ। ਇਸ ਕਰਕੇ ਜ਼ਿਆਦਾ ਪੈਰ ਪਸਾਰਨ ਦੀ ਬਜਾਏ ਆਪਣੇ ਕੌਂਸਨਟਰੇਟ ਆਪਣੀ ਪੋਸਟ 'ਤੇ ਹੀ ਅਪਲਾਈ ਕੀਤਾ ਜਾਏ, ਆਪਣੀ ਪੋਸਟ 'ਤੇ ਹੀ ਹੱਕ ਜਤਾਇਆ ਜਾਏ ਤਾਂ ਬਿਹਤਰ ਹੈ। ਦੂਸਰਿਆਂ ਨੂੰ ਜ਼ਿਆਦਾ ਫੋਰਸ ਨਾ ਕੀਤਾ ਜਾਏ ਤਾਂ ਇਹ ਬਹੁਤ ਵਧੀਆ ਗੱਲ ਹੁੰਦੀ ਹੈ। ਅਕੋਰਡਿੰਗ ਟੂ ਮੀ ਇਹ ਗੱਲਾਂ ਸਾਰੀਆਂ ਸੋਚ ਸਮਝ ਕੇ ਵਿਚਾਰ ਕੇ ਤੁਸੀਂ ਆਪਣੇ ਲੈਵਲ 'ਤੇ ਗੱਲਬਾਤ ਕਰ ਸਕਦੇ ਹੋ। ਸਾਰੇ ਵੈਲ ਐਜੂਕੇਟਡ ਨੇ, ਰਿਸਪੈਕਟਡ ਟੀਚਰਸ ਜਿੰਨੇ ਵੀ ਈਟੀਟੀ ਐਂਡ ਬੀਐਡ ਵਾਲੇ ਵੈਲ ਐਜੂਕੇਟਡ ਨੇ, ਬਟ ਕੁਝ ਨਾ ਕੁਝ ਸਮੱਸਿਆ ਹੈਗੀ ਹੈ, ਆਪਣੀ ਸੌਟ ਆਊਟ ਕਰ ਸਕਦੇ ਇੱਕੋ ਮੰਚ 'ਤੇ ਆ ਕੇ। ਇਸ ਕਰਕੇ ਇਹ ਗੱਲਾਂ ਤੁਸੀਂ ਆਪਣੇ ਲੈਵਲ 'ਤੇ ਸੋਚ ਲਓ ਜਾਂ ਸੋਚ ਸਕਦੇ ਹੋ ਤਾਂ ਬਹੁਤ ਵਧੀਆ ਗੱਲ ਹੈ। ਨਹੀਂ ਤਾਂ 66-35 ਵਾਲੀ ਵੀ ਭਰਤੀ ਬਹੁਤ ਹੀ ਜ਼ਿਆਦਾ ਲਮਕਣ ਵਾਲੀ ਹੈ। ਡਿਸੀਜਨ 2 ਦਸੰਬਰ ਨੂੰ ਆਏ ਜਾਂ ਨਾ ਆਏ, ਉਸ ਤੋਂ ਵੀ ਅੱਗੇ ਜਾ ਸਕਦਾ ਹੈ। ਇਸ ਕਰਕੇ ਜੋ ਮੰਗਾਂ ਜਾਇਜ਼ ਹਨ ਉਹ ਮੰਗ ਲਈ ਜਾਏ, ਤਾਂ ਅਗਲੇ ਕੈਂਡੀਡੇਟਸ ਜਾਂ ਅਗਲੇ ਕੋਈ ਪਰਸਨ ਹੁੰਦਾ ਹੈ ਉਹ ਵੀ ਤੁਹਾਡੇ ਹੱਕ ਦੇ ਵਿੱਚ ਹੀ ਹੁੰਦਾ ਹੈ। ਹਾਂਜੀ, ਇਹ ਸੀ ਕੁਝ ਗੱਲਾਂ ਜੋ ਸਾਂਝੀਆਂ ਕੀਤੀਆਂ ਗਈਆਂ ਹਨ। ਕਿਸੇ ਨੂੰ ਕੋਈ ਗੱਲ ਪਿੰਚ ਕੀਤੀ ਹੋਏ ਪਲੀਜ਼ ਮਾਈਂਡ ਨਾ ਕਰਿਓ। ਜੋ ਮੇਰੇ ਓਪੀਨੀਅਨ ਸੀ ਆਪ ਜੀ ਨੂੰ ਦੱਸੇ ਗਏ ਹਨ। ਹੋ ਸਕੇ ਤਾਂ ਤੁਸੀਂ ਆਪਣੇ ਵਿੱਚ ਕੰਪਰੋਮਾਈਜ਼ ਕਰੋ ਅਤੇ ਭਰਤੀਆਂ ਨੂੰ ਕੰਪਲੀਟ ਕਰਾਓ, ਨਹੀਂ ਤਾਂ ਇਸੇ ਤਰ੍ਹਾਂ ਤਾਂ ਭਰਤੀਆਂ ਲਮਕ ਹੀ ਜਾਣਗੀਆਂ। ਹਾਂਜੀ, ਆਈ ਹੋਪ ਆਪ ਜੀ ਨੂੰ ਇਨਫੋਰਮੇਸ਼ਨ ਚੰਗੀ ਲੱਗੀ ਹੋਏਗੀ। ਕੁਝ ਗੱਲਾਂ ਕੀਤੀਆਂ ਗਈਆਂ ਹਨ, ਕੁਝ ਗੱਲਾਂ ਮਾਈਂਡ ਵਾਲੀਆਂ ਨਹੀਂ ਸਨ। ਜੇ ਕੁਝ ਗਲਤ ਬੋਲਿਆ ਹੋਇਆ, ਸੌਰੀ ਫॉर दैट। थैंक्स फॉर वॉचिंग। सी यू द नेक्स्ट वीडियो। थैंक यू सो मच। थैंक यू।